आदाब सत श्री अकाल। मैं हाँ बजिंदर सिंह, तुसी देख रहे हो ਸਿੰਘੂ बॉर्डर तो लाइव। ਆਪਾਂ ਅੱਜ क्योंकि किसान अंदोलन ਦੇ 6 ਮਹੀਨੇ ਪੂਰੇ ਹੋ ਗਏ ਨੇ। ਇਹਨਾਂ 6 ਮਹੀਨਿਆਂ ਦੇ ਵਿੱਚ ਕਿਸੇ ਤਰੀਕੇ ਦੀ ਤੁਸੀਂ ਸਾਰੀ ਚੀਜ਼ਾਂ ਜਾਣਦੇ ਹੋ ਕਿ ਜਿਵੇਂ ਮੌਸਮ ਨੇ ਪਰੇਸ਼ਾਨ ਕੀਤਾ, ਚੰਗੇ ਇੱਥੇ ਹੜ੍ਹ ਆਉਂਦੇ ਰਹੇ, ਚੰਗੀਆਂ ਬਰਸਾਤਾਂ ਆਉਂਦੀਆਂ ਰਹੀਆਂ, ਤੂਫਾਨ ਆਉਂਦੇ ਰਹੇ, ਚਾਹੇ ਉਹ ਠੰਡ ਦਾ ਵੇਲਾ ਸੀ ਤੇ ਅੱਜ ਗਰਮੀ ਦਾ ਵੇਲਾ ਹੈ। ਸਰਕਾਰਾਂ ਨੇ ਵੀ ਕੋਈ ਘੱਟ ਨਹੀਂ ਘੱਲੀਆਂ ਅਗ ਬਈ ਉਹਨਾਂ ਨੇ ਇਲਜ਼ਾਮ ਲਗਾਉਂਦੇ ਰਹੇ, ਇੱਥੇ ਤੱਕ ਕਿ ਲੋਕਾਂ ਨੂੰ ਇੱਥੇ ਕੁੱਟਣ ਵਾਸਤੇ ਜਾਂ ਫਿਰ ਲੜਾਈ ਕਰਨ ਵਾਸਤੇ ਵੀ ਘੱਲਦੇ ਰਹੇ। ਉਹਨਾਂ ਸਾਰੀ ਚੀਜ਼ਾਂ ਦੇ ਜਿੰਨੇ ਵੀ 6 ਮਹੀਨਿਆਂ ਦੇ ਅਨੁਭਵ ਨੇ ਆਪਾਂ ਉਹਨਾਂ ਤੇ ਇੱਥੇ ਆ ਕੇ ਗੱਲ ਕਰਾਂਗੇ। ਜਿਹੜੇ ਵੀ ਮੇਰੇ ਵੀਰ ਜੁੜਨਗੇ, ਜਿਹੜੇ ਵੀ ਗੱਲ ਸੁਣਨਗੇ, ਉਹਨਾਂ ਨੂੰ ਚੰਗੀ ਲੱਗੇ ਤਾਂ ਸ਼ੇਅਰ ਨਾਲ ਦੇ ਨਾਲ ਕਰਦੇ ਰਹੋ। ਆਓ ਆਪਾਂ ਗੱਲ ਕਰਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹਾਂਗੇ ਆਪਾਂ 6 ਮਹੀਨਿਆਂ ਨੂੰ ਕਿਵੇਂ ਯਾਦ ਕਰਦੇ ਹਾਂ? ਇਹ 6 ਮਹੀਨੇ ਬਹੁਤ ਕੁਝ ਜਿਹੜਾ ਇਹ ਕਿਸਾਨ ਸੰਘਰਸ਼ ਆ ਜਿਹੜਾ ਪੰਜਾਬ ਤੋਂ ਚੱਲ ਕੇ ਪੂਰੇ ਦੇਸ਼ ਦੇ ਵਿੱਚ ਫੈਲਿਆ, ਤੇ ਜਦੋਂ ਪੰਜਾਬ ਹਰਿਆਣਾ 6 ਮਹੀਨਿਆਂ ਦੀਆਂ ਸਾਡੀਆਂ ਜੇ ਯਾਦਾਂ ਦੀ ਗੱਲ ਕਰੀਏ, ਜਦੋਂ ਅਸੀਂ ਹਰਿਆਣੇ ਦੇ ਵਿੱਚ ਐਂਟਰ ਕੀਤੇ ਆ ਤੇ ਆ ਕੇ ਇੱਥੇ ਬਾਰਡਰ ਦੇ ਉੱਤੇ ਬੈਠੇ ਆ, ਤੇ ਜਿਹੜੀ ਭਾਈਚਾਰਕ ਸਾਂਝ ਪੰਜਾਬ ਹਰਿਆਣੇ ਦੇ ਲੋਕਾਂ ਨੇ ਪੈਦਾ ਕੀਤੀ ਆ, ਤੇ ਉਹਦੇ ਤੋਂ ਬਾਅਦ ਦੇ ਵਿੱਚ ਆ ਕੇ ਸਾਰੇ ਦੇਸ਼ ਦੇ ਲੋਕ ਜਦੋਂ ਇਹਨਾਂ ਬਾਰਡਰਾਂ ਦੇ ਉੱਤੇ ਬੈਠੇ, ਤੁਸੀਂ ਵੇਖੋਗੇ ਵੀ ਮੋਦੀ ਸਰਕਾਰ ਸਾਡੇ ਦੇਸ਼ ਨੂੰ ਜਾਤਾਂ 'ਚ ਧਰਮਾਂ 'ਚ ਵੰਡ ਰਹੀ ਸੀ, ਤੇ ਦੂਸਰੇ ਪਾਸੇ ਸਾਡੇ ਉੱਤੇ ਆਰਥਿਕ ਹੱਲਾ ਬੋਲ ਰਹੀ ਸੀ। ਸਾਡੀਆਂ ਮੰਡੀਆਂ, ਸਾਡੀ ਜ਼ਮੀਨ, ਸਾਰਾ ਕੁਝ ਖੋਇਆ ਜਾ ਰਿਹਾ ਸੀ, ਕਾਲੇ ਕਾਨੂੰਨ ਬਣ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਇੱਥੇ ਆਏ ਆ, ਇੱਥੇ ਆ ਕੇ ਤੁਸੀਂ ਜਦੋਂ ਆਪ ਪਿੱਛੇ ਆਓਗੇ ਪੈਟਰੋਲ ਪੰਪ ਤੋਂ ਆਏ ਜੇ, ਤੁਹਾਨੂੰ ਇਹ ਦਿਸੂਗਾ ਵੀ ਇੱਕ ਅਮਰਧਾਰੀ ਸਿੰਘ 5 ਕਕਾਰਾਂ ਦਾ ਧਾਰਨੀ ਆ। ਉਹ ਨਹੀਂ ਕਿਸੇ ਦੀ ਜਾਤ ਪੁੱਛਦਾ, ਉਹ ਨਹੀਂ ਕਿਸੇ ਦਾ ਧਰਮ ਪੁੱਛਦਾ, ਹਰ ਇੱਕ ਦੇ ਜੋੜੇ ਪਾਲਚ ਕਰ ਰਿਹਾ, ਹਰ ਇੱਕ ਦੀ ਸੇਵਾ ਕਰ ਰਿਹਾ। ਇਸੇ ਤਰੀਕੇ ਦੇ ਨਾਲ ਲੋਕ ਬੈਠੇ ਆ ਵੱਖ-ਵੱਖ ਧਰਮਾਂ ਵਾਲੇ, ਤੇ ਕੱਪੜੇ ਧੋਣ ਦੀਆਂ ਮਸ਼ੀਨਾਂ ਲਾ ਕੇ ਬੈਠੇ ਆ, ਤੇ ਉਹ ਕਿਸੇ ਦੀ ਜਾਤ ਧਰਮ ਨਹੀਂ ਵੇਂਦੇ, ਹਰ ਇੱਕ ਦੀ ਸੇਵਾ ਕਰ ਰਿਹਾ। ਜੇ ਦਵਾਈਆਂ ਵਾਲੇ ਬੈਠੇ ਆ, ਇਹ ਆ ਲੰਗਰ ਆ, ਤੇ ਉਹਦੇ ਵਿੱਚ ਇੱਕ ਅਜਿਹਾ ਭਾਈਚਾਰਾ ਸਿਰਜਿਆ ਗਿਆ ਇੱਥੇ ਵੀ ਜਿਨਨੇ ਸਾਡੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕੀਤਾ, ਸਾਡੇ ਭਾਈਚਾਰੇ ਨੂੰ ਮਜ਼ਬੂਤ ਕੀਤਾ, ਸਾਡੀਆਂ ਸਾਂਝਾਂ ਦੀਆਂ ਤੰਦਾਂ ਹੋਰ ਪੀਂਡੀਆਂ ਕੀਤੀਆਂ, ਚੰਗੀਆਂ ਕੀਤੀਆਂ। ਇਸ ਕਰਕੇ ਇੱਕ ਤੇ ਬਹੁਤ ਵੱਡੀ ਪ੍ਰਾਪਤੀ ਇਹ ਆ। ਦੂਸਰੀ ਗੱਲ ਆ ਵੀ ਅਸੀਂ ਪਹਿਲੇ ਦਿਨ ਤੋਂ ਹੀ ਜਦੋਂ ਤੁਰੇ ਸਾਂ, ਪਹਿਲੀਆਂ ਬਾਈਟਾਂ ਸਾਡੀਆਂ ਕੱਢ ਕੇ ਵੇਖ ਲਓ, ਅਸੀਂ ਕਿਹਾ ਸੀ ਮੈਂ ਜਮਹੂਰੀ ਕਿਸਾਨ ਸਭਾ ਦਾ ਸਬਾਈ ਪ੍ਰੈਸ ਸਕੱਤਰ ਆ, ਸਾਨੂੰ ਪੁੱਛਦੇ ਸੀ ਪੱਤਰਕਾਰ ਵੀ ਤੁਸੀਂ ਕਿੰਨੇ ਦਿਨਾਂ ਲਈ ਦਿੱਲੀ ਦੇ ਇਹਨਾਂ ਬਾਰਡਰਾਂ ਦੇ ਉੱਤੇ ਬੈਠੋਗੇ। ਅਸੀਂ ਉਹਨਾਂ ਨੂੰ ਉਸ ਵਕਤ ਕਹਿੰਦੇ ਸਾਂ ਵੀ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਆਏ ਆ, ਤੇ 6 ਮਹੀਨੇ ਅਸੀਂ ਇੱਥੇ ਲਾਵਾਂਗੇ, ਤੇ 6 ਮਹੀਨੇ ਪੂਰੇ ਦੇ ਪੂਰੇ ਸਾਡੇ ਗੁਜ਼ਰੇ ਆ, ਤੇ 6 ਮਹੀਨਿਆਂ ਦੇ ਵਿੱਚ ਸਰਕਾਰ ਨੇ ਹੱਲੇ ਵੀ ਬੜੇ ਕੀਤੇ ਆ, ਪਰ ਸਾਡੀਆਂ ਵੀ ਬਹੁਤ ਵੱਡੀਆਂ ਪ੍ਰਾਪਤੀਆਂ। ਅਸੀਂ ਇਹ ਸੰਘਰਸ਼ ਨੂੰ ਪੂਰੇ ਦੇਸ਼ ਦਾ ਹੀ ਸੰਘਰਸ਼ ਨਹੀਂ, ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਆ ਉਹ ਇਹਦੇ ਤੋਂ ਰੌਸ਼ਨੀ ਲੈਂਦੇ ਆ। ਤੇ ਅੱਜ ਪਿੰਡ ਦੀ ਪੰਚਾਇਤ ਤੋਂ ਲੈ ਕੇ UNO ਤੱਕ, ਨਿੱਕੀਆਂ ਕੋਰਟਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਸ ਸੰਘਰਸ਼ ਨੂੰ ਮਾਨਤਾ ਦਿੱਤੀ ਆ, ਤੇ ਲੋਕਾਂ ਦੀ ਮਾਨਤਾ ਮਿਲੀ ਆ, ਜਨ ਅੰਦੋਲਨ ਬਣਿਆ ਆ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਜੀ। ਬਹੁਤ ਖੂਬਸੂਰਤੀ ਨਾਲ ਇਹਨਾਂ ਨੇ ਬਿਆਨ ਕੀਤਾ ਹੈਗਾ। ਮੈਂ ਤੁਹਾਨੂੰ ਜਿਹੜੇ ਵੀ ਹਿੰਦੀ ਦੇ ਕਿਉਂਕਿ ਸਾਡੇ ਦਰਸ਼ਕ ਨੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਨੇ ਜਿਹੜੀ ਸਭ ਤੋਂ ਵਧੀਆ ਗੱਲ ਕਹੀ ਹੈ ਕਿ ਜਿਹੜੀ हिंदी में बात कर रहा हूँ कि हमारी जो भाईचारिक जो सांझ है, इकट्ठा है, भाईचारापन है, उसको मजबूती मिली है। क्योंकि यहाँ पे इन्होंने जिक्र किया कि पीछे एक जोड़े यानी कि धर्म को मानने वाला पक्का सिख है, परंतु वो तमाम बगैर किसी की जाति धर्म पूछे, अक्षेत्र पूछे, तमाम के जो है जूते चप्पल वो साफ करने की बात हो, चाहे उन्हें ठीक करने की बात हो, वैसे ही इन्होंने जिक्र किया कि मशीनें यहाँ पे लगी हुई हैं कपड़े धोने की, वो भी बगैर किसी की जाति या धर्म पूछे वहाँ पे इकट्ठा कपड़े धोए जा रहे। ये यानी कि जो देश की एकता अखंडता को मजबूत करने की जो बात है, वो यहाँ पे एक तरीके से इस आंदोलन ने उसमें बहुत बड़ा योगदान दिया है। क्योंकि हम पिछले वर्षों में एक तरीके से बटे हुए नजर आते थे, क्योंकि वो पार्टी विशेष के लोगों ने ऐसा जहर घोला हुआ था कि लोग जो है एक दूसरे पे विश्वास नहीं कर पा रहे थे। तो ये एक आपने बहुत अच्छी चीज यहाँ पे कही है। उसके अलावा भाईचारक जो सांझ है और जो 6 महीने की आप बात कर रहे थे, उसके अलावा और क्या किस तरह आप इसके अलावा बहुत सारी बातें ऐसी हुई है, जैसे खट्टर सरकार ने बहुत सारा हल्ला हमारे लोगों पर, किसानों पर तशद्दुद का, जो लोगों पर लाठियां गोली का प्रोग्राम चलाया है, उसके खिलाफ भी हमारे लोगों ने बहुत डट कर उसका मुकाबला किया है। और उनको जहां बीजेपी की सरकार है, बीजेपी का मुख्यमंत्री कहीं भी जाकर खुली सभा नहीं कर सकता। ऐसा आंदोलन है। इस आंदोलन ने बहुत सारा देश का माहौल चेंज किया है।
जहां ये बोला जा रहा था कि मोदी जी अजित हैं, इनको कोई रोक नहीं सकता, लेकिन आज जहां भी इलेक्शन हुआ है, भावें पंजाब में म्यूनसिपैलिटी का इलेक्शन हुआ हो, उसमें नोटा के भी नीचे आ गए हैं। हरियाणा में जिमनी चुनाव हुआ था, वो भी हारना पड़ा। यूपी में पंचायत जिला परिषद के चुनाव है, उनमें भी मात खाई है। लेकिन बंगाल और दूसरे जो 5 स्टेट में इलेक्शन हुई थी, उसमें भी बहुत बड़ा झटका बीजेपी को मिला है। और हम समझते हैं कि ये किसान आंदोलन है जिसने बहुत बड़ी प्राप्ति की है। ये इलेक्शन लड़ने के लिए नहीं आया, ये राजनीति करने के लिए नहीं आया, ये एक वो आर्थिक एजेंडा जो आर्थिक तौर पर उन पर हमला किया जा रहा था, उनको रोकने के लिए आया था। जो चेहरे राजनीति के कारपोरेट के लिए काम करते थे, उनको इस आंदोलन ने स्पष्ट कर दिया। आज हर लोग जो पूरी तरह जानते हैं कि ये राज करने वाले कुछ पार्टियां हैं, कुछ नेता है जो उनसे मिले हुए हैं। हमारा खजाना भी उनके पास जा रहा है, हमारे खनिज भी उनके पास जा रहे हैं, हमारी हवा, हमारी तरंगे, हमारे पानी, सभी कुछ के ऊपर उनका कब्जा कराया जा रहा है। हमारी ज़मीन जा रही है, हमारी सड़कें जा रही है, हमारे स्कूल जा रहे हैं, अस्पताल जा रहा है, रेलवे जा रही है, सभी कुछ है। इसलिए राजनीति करने के लिए नहीं आए, लेकिन अपने हितों के लिए लड़ते हुए हमने राजनीति भी तब्दील की है और उसको तब्दील करने का काम करेंगे। जेकर बीजेपी जे कारपोरेट के हितों की राखी छोड़कर लोगों के हितों की बात नहीं करती, तो इसको राजनीतिक कीमत चुकानी पड़ेगी। ਇੱਥੇ ਜਾਣਨ ਵਾਲੀ ਗੱਲ ਆ ਹੈ ਕਿ ਜਿਵੇਂ ਜਿਹੜੇ ਸੰਗਠਨ ਨੇ ਉਹ ਇੰਨੇ ਸਾਰੇ ਸੰਗਠਨ ਨੇ, 40-45 ਸੰਗਠਨ ਨੇ, ਅਗਰ ਜੇ ਛੋਟੇ ਮਿਲਾ ਲਈ ਜਾਣ ਤਾਂ ਫਿਰ ਉਹ 100 ਤੋਂ ਉੱਤੇ ਚਲੇ ਜਾਂਦੇ ਨੇ। ਉਹਨਾਂ ਸਾਰਿਆਂ ਦਾ ਇੱਕੋ ਹੀ ਗੱਲ ਤੇ ਇੱਕ ਸਾਂਝ ਕਿਵੇਂ ਬਣੀ? ਵੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਸਾਰੇ ਦੇਸ਼ ਦੇ ਵਿੱਚ ਲੋਕ ਵੱਖ-ਵੱਖ ਲੜਦੇ ਸੀ। ਇਸ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਆ, ਇਹਨੇ ਸਾਰਿਆਂ ਨੂੰ ਇੱਕ ਕੁਝ ਆਰਥਿਕ ਮੁੱਦੇ ਸੀ। ਅਸੀਂ 3 ਖੇਤੀ ਕਾਲੇ, ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿੰਦੇ ਆ, ਜਿਹੜੇ ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਆ, ਉਹ ਕਾਨੂੰਨਾਂ ਦਾ ਹੱਲਾ ਟੋਟਲ ਕਿਸਾਨੀ ਦੇ ਉੱਪਰ ਆ। ਤੇ ਕਿਸਾਨੀ ਲਈ ਕੰਮ ਕਰਨ ਵਾਲੇ ਸਾਰੇ ਸੰਗਠਨ ਮਹਿਸੂਸ ਕਰਦੇ ਆ ਵੀ ਇਸ ਵੇਲੇ ਕੱਲੇ ਸਾਡੀ ਤਾਕਤ ਮੁਕਾਬਲਾ ਕਰਨ ਦੀ ਨਹੀਂ, ਅਸੀਂ ਇਕੱਠੇ ਹੋ ਕੇ ਮੁਕਾਬਲਾ ਕਰ ਸਕਦੇ ਹਾਂ। ਇਹਦੇ ਲਈ ਪਹਿਲਾਂ ਪੰਜਾਬ ਦੇ ਵਿੱਚ 32 ਜਥੇਬੰਦੀਆਂ, ਹਿੰਦੁਸਤਾਨ ਪੱਧਰ ਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਹੜੀ 250 ਜਥੇਬੰਦੀਆਂ ਦੀ ਨੁਮਾਇੰਦਗੀ ਕਰਦੀ ਸੀ, ਕਿਸਾਨ ਮਹਾਂਸੰਘ ਜਿਹਦੇ ਵਿੱਚ 200-250 ਜਥੇਬੰਦੀਆਂ, ਇਸ ਵੇਲੇ 500 ਤੋਂ ਵਧੇਰੇ ਜਥੇਬੰਦੀਆਂ ਇਹ ਸਮੁੱਚੇ ਇਸ ਸੰਯੁਕਤ ਮੋਰਚੇ ਨਾਲ ਜੁੜੀਆਂ ਹੋਈਆਂ ਤੇ ਰੋਜ਼ ਦੇ ਰੋਜ਼ ਨਵੀਆਂ ਜਥੇਬੰਦੀਆਂ ਜੁੜ ਰਹੀਆਂ। ਜਿਹੜਾ ਟੋਟਲ ਕਿਸਾਨ ਮਜ਼ਦੂਰ ਜਿਹਦੇ ਹਿੱਤ ਸਾਂਝੇ ਆ, ਜਿਨ੍ਹਾਂ ਦੇ ਉੱਤੇ ਹੱਲਾ, ਜਿੱਥੇ ਕਿਰਤ ਕਾਨੂੰਨ ਸੋਧੇ ਗਏ ਆ ਉੱਥੇ ਖੇਤੀ ਕਾਨੂੰਨ ਆਏ ਆ। ਇਸੇ ਤਰੀਕੇ ਦੇ ਨਾਲ ਕਾਰਪੋਰੇਟ ਨੂੰ ਜੇ ਸਾਡੇ ਖੇਤ ਦੇਣੇ ਆ, ਸਾਡੀ ਮੰਡੀ ਦੇਣੀ ਆ, ਅੱਜ ਅਸੀਂ ਇਹਨੂੰ ਜਨ ਅੰਦੋਲਨ ਤਦ ਕਹਿੰਦੇ ਆ, ਜਨ ਦੀ ਆਵਾਜ਼ ਤਦ ਕਹਿੰਦੇ ਆ, ਹਿੱਤ ਵੀ ਉਹਨਾਂ ਦੇ ਤਦ ਕਹਿੰਦੇ ਆ। ਅਸੀਂ ਵੇਖਦੇ ਆ ਵੀ ਅਸੀਂ ਸਰਸੋਂ, ਆਪਣੀ ਸਰੋਂ ਜਿਹੜੀ ਪੰਜਾਬੀ 'ਚ ਅਸੀਂ ਕਹਿੰਦੇ ਆ, ਜਿਹੜਾ ਉਹਦਾ ਨਿਸ਼ਚਿਤ ਭਾਅ ਆ ਉਹਦੇ ਤੇ ਵਿਕੀ ਨਹੀਂ, ਉਹਦਾ ਪੂਰਾ ਭਾਅ ਨਹੀਂ ਮਿਲਿਆ। ਪਰ ਜਿਹੜਾ ਅੱਜ ਆਮ ਨਾਗਰਿਕ ਆ, ਉਹਨੂੰ ਜਿਹੜਾ ਵਾ ਤੇਲ ਦੀ ਬੋਤਲ ਜਿਹੜੀ 90 ਰੁਪਏ ਦੀ ਸੀ, ਅੱਜ 155 ਤੋਂ ਲੈ ਕੇ 160 ਰੁਪਏ ਦੀ ਲੈਣੀ ਪੈ ਰਹੀ ਹੈ। ਇਹਦੇ ਨਾਲ ਇਹ ਹਰ ਮਨੁੱਖ ਨੂੰ ਪਤਾ ਲੱਗਦਾ ਵੀ ਇਹਦੇ ਨਾਲ ਕਿਸਾਨ ਦੀ ਜੇਬ 'ਚ ਪੈਸਾ ਨਹੀਂ ਗਿਆ, ਇਹ ਦੁਕਾਨਦਾਰ ਦੀ ਜੇਬ 'ਚ ਪੈਸਾ ਨਹੀਂ ਗਿਆ, ਇਹ ਜਿਹੜਾ ਤੇਲ ਦਾ ਵੱਡਾ ਕਾਰੋਬਾਰ ਕਰਨ ਵਾਲਾ ਅਡਾਨੀ ਆ, ਉਹਦੀ ਜੇਬ ਦੇ ਵਿੱਚ ਪੈਸਾ ਗਿਆ। ਪੈਟਰੋਲ ਦੀਆਂ, ਡੀਜ਼ਲ ਦੀਆਂ ਕੀਮਤਾਂ ਵਧੀ। ਹਾਂਜੀ, ਮੈਂ ਪੁੱਛਣਾ ਚਾਹਾਂਗਾ ਕਿ ਮੈਂ ਅਗਰ ਜੇ ਆ ਅੰਦੋਲਨ ਕਰਕੇ ਆਪਾਂ ਜਿੱਤ ਜਾਂਦੇ ਆ, ਮੋਦੀ 3 ਕਾਲੇ ਕਾਨੂੰਨ ਵਾਪਸ ਲੈ ਲੈਂਦਾ ਹੈ, ਤੇ ਕੀ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ 90 ਰੁਪਏ ਦਾ ਤੇਲ ਹੈਗਾ, ਉਹ 155 ਦਾ ਜਿਹੜਾ ਵਿਕ ਰਿਹਾ ਹੈ, ਉਹ ਵਾਪਸ 190 ਤੇ ਆ ਜਾਊਗਾ ਜਾਂ ਫਿਰ ਘੱਟ ਆ ਜਾਊਗਾ? ਪਹਿਲਾਂ ਸਾਨੂੰ ਸਮਝਣਾ ਪਊਗਾ ਵੀ ਇੱਕ ਨੀਤੀ ਉਹ ਚੱਲ ਰਹੀ ਆ ਜਿਹੜੀ ਕਾਰਪੋਰੇਟ ਨੂੰ, ਵੱਡੇ ਜਿਹੜੇ ਮਾਲ ਆ, ਵੱਡੀਆਂ ਕੰਪਨੀਆਂ ਆ, ਉਹਨਾਂ ਨੂੰ ਪਾਲਣ ਵਾਲੀ ਆ, ਜਿਹਦੇ ਵਿੱਚ ਉਹਨਾਂ ਦੇ ਮੁਨਾਫੇ ਦੀ ਰਾਖੀ ਲਈ ਸਰਕਾਰ ਕੰਮ ਕਰਦੀ ਆ। ਜਦੋਂ ਹਿੱਤ, ਜੇ ਅੰਦੋਲਨ ਜਿੱਤਦਾ ਤੇ ਜਦੋਂ ਲੋਕ ਜਿੱਤੇ ਹੋਏ ਮਹਿਸੂਸ ਕਰਦੇ ਆ, ਉਹ ਤਬਦੀਲੀ ਵੇਂਦੇ ਆ ਵੀ ਜਿਹੜੀ ਲੁੱਟ ਸਾਡੀ ਇਹ ਕਾਰਪੋਰੇਟ ਘਰਾਣੇ ਕਰ ਰਹੇ ਆ ਜਾਂ ਜਿਹੜੇ ਬਹੁਕੌਮੀ ਕਾਰਪੋਰੇਸ਼ਨਾਂ ਕਰ ਰਹੀਆਂ, ਉਹਨਾਂ ਦੀ ਲੁੱਟ ਲਈ ਫਿਰ ਨਿਯਮ ਬਦਲਦੇ ਆ। ਜਦੋਂ ਨਿਯਮ ਬਦਲਦੇ ਆ ਤੇ ਫਿਰ ਤੇਲ ਦੀ ਬੋਤਲ ਦੀ ਕੀਮਤ, ਅੱਜ ਕੀ ਆ, ਜ਼ਰੂਰੀ ਵਸਤਾਂ ਵਾਲਾ ਕਾਨੂੰਨ, ਅੱਜ ਉਹ ਇਹੋ ਹੀ ਆ ਵੀ ਅੱਗੇ ਸਾਡਾ ਇੱਕ 1955 ਦਾ ਐਕਟ ਵੀ ਮਹਿੰਗਾਈ ਨਾ ਵਧੇ, ਆਮ ਨਾਗਰਿਕ ਨੂੰ ਜ਼ਰੂਰੀ ਵਸਤਾਂ, ਉਹਨੂੰ ਖਾਣ ਦੀਆਂ ਲੋੜਾਂ ਉਹਦੀਆਂ ਪੂਰੀਆਂ ਹੁੰਦੀਆਂ ਰਹਿਣ, ਉਹ ਤੇ ਰੋਕਾਂ ਲਾਉਂਦਾ ਸੀ। ਅੱਜ ਇਹਨਾਂ ਨੇ ਉਹ ਖਤਮ ਕਰ ਘੱਤਿਆ। ਜਦੋਂ ਖਤਮ ਕਰ ਘੱਤਿਆ
ਕੀਮਤ ਆ, ਤੇ ਜਿਹੜਾ ਲੱਖਾਂ ਟਨ ਸਟੋਰ ਦੇ ਵਿੱਚ ਚੀਜ਼ ਰੱਖੂਗਾ, ਆਪਣੀ ਮਰਜ਼ੀ ਦੀ ਵੇਚੂਗਾ, ਤੇ 90 ਵਾਲੀ ਬੋਤਲ ਉਹ 160 170 ਚ ਮਿਲੂਗੀ। ਇਸ ਕਰਕੇ ਉਹਦੀ ਲੁੱਟ ਆ। ਜਦੋਂ ਕਾਲਾ ਬਾਜ਼ਾਰੀ, ਜੇ ਸੰਘਰਸ਼ ਜਿੱਦਾਂ ਕਾਲਾ ਬਾਜ਼ਾਰੀ ਰੁਕੂਗੀ, ਉਹਦੇ ਲਈ ਨੀਤੀ ਬਦਲੂਗੀ ਜੀ। ਉਮੀਦ ਇਹੋ ਕਰਦੇ ਹਾਂ ਕਿ ਕਾਲਾ ਬਾਜ਼ਾਰੀ ਰੁਕੂਗੀ। ਆਪਾਂ ਨੌਜਵਾਨ ਵੀ ਨੇ, ਉਹਨਾਂ ਤੋਂ ਵੀ ਕੁਝ ਰਾਏ ਲੈ ਲੈਂਦੇ ਆ ਕਿ ਉਹ ਕੀ ਸੋਚ ਰਹੇ ਨੇ ਪਿਛਲੇ 6 ਮਹੀਨਿਆਂ ਦਾ ਅੰਦੋਲਨ, ਕੀ ਕਹਿਣਾ ਚਾਹੁੰਦੇ ਨੇ। ਵੀਰ ਤੁਹਾਡਾ ਨਾਮ ਦੱਸ ਦਿਓ ਪਹਿਲਾਂ ਤਾਂ, ਤੇ ਫਿਰ ਕੀ ਕਹਿਣਾ ਚਾਹਾਂਗੇ। ਗੁਰਧੀਰ ਸਿੰਘ ਜੋਗੀਪੁਰ ਜੀ। ਜੀ ਮੈਂ ਇੱਧਰ ਜਾਣਾ, ਪਲੀਜ਼ ਤੁਸੀਂ ਕੁਰਸੀ ਦੇ ਦਿਓ ਇੱਕ ਵਾਰੀ ਜੀ। ਕੀ ਕਹਿਣਾ ਚਾਹਾਂਗੇ ਆਪਾਂ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ, ਇੱਕ ਕਾਲੇ ਕਾਨੂੰਨ ਵਾਪਸ ਲੈਣ ਜੀ, ਹਾਂਜੀ, ਤੇ ਲੋਕ ਆਪਣੇ ਘਰਾਂ ਨੂੰ ਜਾਣ ਵਾਪਸ, ਤੇ ਇਹੀ ਸਾਡੀ ਆਵਾਜ਼ ਆ ਜੀ, ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ। ਲੋਕੀ ਵਾਪਸ ਤਾਂ ਜਾਣ, ਬਟ ਸਰਕਾਰ ਤਾਂ ਹਾਲੇ ਨਹੀਂ ਉਸ ਤੇ ਕੰਨਾਂ ਤੇ ਜੂੰ ਰੇਂਗ ਰਹੀ, ਉਹ ਤਾਂ ਸਰਕਾਰ ਚੁੱਪ ਕਰਕੇ ਬੈਠੀ ਹੈ। ਇੱਕ ਵਾਰੀ ਮੀਟਿੰਗਾਂ ਹੋ ਰਹੀਆਂ ਸੀ, ਹੁਣ ਉਹ ਮੀਟਿੰਗਾਂ ਵੀ ਨਹੀਂ ਹੋ ਰਹੀਆਂ। ਨਹੀਂ, ਹੁਣ ਦੁਬਾਰੇ ਫੇਰ ਮੀਟਿੰਗ ਹੋਈ ਸੀ, ਉਹਦੇ ਬਾਰੇ ਕਹਿੰਦੇ ਵੀ ਅਸੀਂ ਥੋੜੀ ਨਾਲ ਗੱਲ ਕਰਾਂਗੇ। ਬਾਕੀ ਹੁਣ ਦੇਖੋ ਜੀ ਕੀ ਬਣਦਾ, ਇਹਨਾਂ ਦਾ ਕਹਿ ਤਾਂ ਰਹੇ ਨੇ ਸਾਡੇ ਸਰਕਾਰਾਂ ਦੀ ਗੱਲ ਛੱਡ ਯੂਨੀਅਨਾਂ ਸਾਡੀਆਂ ਨਾਲ ਨੇ ਸਾਡੇ ਜੀ। ਸਰਕਾਰਾਂ ਦੀ ਗੱਲ ਛੱਡ ਵੀ ਦਈਏ ਆਪਾਂ, ਪਿੱਛੇ ਆਪਣੇ ਜਿਹੜੇ ਕੰਮ ਨੇ, ਕੰਮਕਾਰ ਨੇ, ਉਹ ਕਿਵੇਂ ਚੱਲੀ ਜਾਂਦੇ ਨੇ, ਕਿਉਂਕਿ ਆਪਾਂ ਤਾਂ ਇੱਥੇ ਬੈਠੇ ਆ। ਸਾਰੇ ਕੰਮ ਹੋ ਰਹੇ ਨੇ ਸਾਡੇ ਬਿਲਕੁਲ ਜੀ, ਕੋਈ ਸਾਨੂੰ ਪਿੱਛੇ ਪ੍ਰੋਬਲਮ ਨਹੀਂ ਹੈਗੀ। ਜਿਹੜੇ ਬੰਦੇ ਸਾਡੇ ਇੱਥੇ ਬਦਲ ਕੇ ਆ ਜਾਂਦੇ ਜੀ, ਉਹ ਦੂਜੇ ਸਾਂਭ ਲੈਂਦੇ ਆ ਕੰਮ ਜਾ ਕੇ, ਹੋਰ ਬੰਦਿਆਂ ਦਾ ਇਹ ਕੰਮ ਜਿਹੜੇ ਘਰੇ ਰਹਿੰਦੇ ਨੇ ਜੀ, ਕੋਈ ਪਰਵਾਹ ਨਹੀਂ ਹੈ ਕੰਮ ਕੁਮ ਦੀ। ਜੀ ਪਹਿਲੇ ਨਾਂ ਦੱਸ ਦਿਓ ਤੇ ਫਿਰ। ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ, ਪਿੰਡ ਜੋਗੀਪੁਰ, ਜ਼ਿਲ੍ਹਾ ਪਟਿਆਲਾ ਜੀ। ਜਿਵੇਂ ਜੀ ਹੁਣ ਚਲੋ ਅਸੀਂ ਇੱਥੇ ਆ ਗਏ, ਜਿਹੜਾ ਸਾਡਾ ਪਿੱਛੇ ਘਰ ਦਾ ਕੰਮ ਹੈ, ਜਿਵੇਂ ਹੁਣ ਅਸੀਂ ਹਫ਼ਤੇਵਾਰ ਆਏ, ਜਿਹੜੇ ਪਿੱਛੇ ਸਾਡੇ ਉਹ ਬੰਦੇ ਸਾਂਭ ਲੈਂਦੇ ਆ, ਹਫ਼ਤੇ ਬਾਅਦ ਸਾਡੀ ਵਾਰੀ ਬਦਲ ਦਿੰਦੀ ਆ। ਐਤਵਾਰ ਤੋਂ ਐਤਵਾਰ ਅਸੀਂ ਜਾਂਦੇ ਆ ਵੀ ਆ ਤੇ ਜਾਂਦੇ ਵੀ ਆ। ਤੇ ਪੰਜਾਬ ਦੇ ਵਿੱਚ ਹਰਿਆਣੇ ਤੋਂ ਐਡਾ ਮਜ਼ਬੂਤ ਅੰਦੋਲਨ ਕਿਵੇਂ ਹੈਗਾ, ਕਿਵੇਂ ਇੰਨੀ ਦੂਰੋਂ ਲੋਕੀ ਇੱਥੇ ਤੱਕ ਪਹੁੰਚ ਜਾਂਦੇ ਨੇ, ਕੁਝ ਦੱਸਣਾ ਚਾਹੋਗੇ। ਦੇਖੋ ਜੀ, ਜਦੋਂ ਹੁਣ ਭਾਈਚਾਰਕ ਸਾਂਝ ਬਣੀ, ਇੱਥੇ ਆਏ ਸਾਨੂੰ 6 ਮਹੀਨੇ ਹੋ ਗਏ ਬੈਠਿਆਂ ਨੂੰ, ਆਪਸ 'ਚ ਸਾਡਾ ਹੁਣ ਇੰਨਾ ਮੇਲ ਹੋ ਗਿਆ ਕਿ ਸਾਨੂੰ ਲੱਗਦਾ ਨਹੀਂ ਵੀ ਇਹ ਹਰਿਆਣੇ ਦੇ ਜਾਂ ਪੰਜਾਬੀ ਅਸੀਂ ਸਭ ਇਕੱਠੇ ਬਹਿੰਦੇ ਆ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਰਸੋਈ ਹੈ ਬਣੀ ਹੋਈ, ਇੱਥੇ ਆ ਟੇਬਲ ਲੱਗੇ ਆ, ਸਾਰੇ ਅਸੀਂ ਸ਼ਾਮ ਨੂੰ ਵੀ ਸਵੇਰੇ ਵੀ ਬਹਿ ਕੇ ਲੰਗਰ ਪਾਣੀ ਛਕਦੇ ਆ। ਸਾਡੀ ਭਾਈਚਾਰਕ ਸਾਂਝ ਤਾਂ ਹੈਗੀ ਹੈ, ਉਹ ਕੋਈ ਉਹਦੇ ਵਿੱਚ ਦੋ ਰਾਏ ਨਹੀਂ ਹੈਗੀ ਹੈ, ਪਰ ਪੰਜਾਬ ਦੇ ਵਿੱਚ ਕਿਵੇਂ ਲੋਕਾਂ ਨੂੰ ਸਭ ਤੋਂ ਪਹਿਲਾਂ ਸਮਝ ਆ ਗਿਆ ਕਿ ਵੀ ਆ ਜਿਹੜਾ ਕਾਨੂੰਨ ਨੇ ਉਹ ਸਾਡੇ ਖਿਲਾਫ ਨੇ, ਉਸ ਤੋਂ ਬਾਅਦ ਕਿਵੇਂ ਉਹ ਇੱਥੇ ਤੱਕ ਪਹੁੰਚ ਗਏ, ਉਸ ਦੇ ਬਾਰੇ ਕੁਝ ਦੇਖੋ ਜੀ, ਜਿਹੜੀਆਂ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਉਹਨਾਂ ਨੇ ਇਹ ਕਾਨੂੰਨ ਆਏ ਸੀ ਜਦੋਂ ਇਹਨਾਂ ਨੇ ਸਮਝੇ ਤੇ ਸਾਨੂੰ ਲੋਕਾਂ ਨੂੰ ਜਾਗਰੂਕ ਕਰਿਆ। ਪਹਿਲਾਂ ਇਹਨਾਂ ਨੇ ਘਰਾਓ ਕਰਨੇ ਸ਼ੁਰੂ ਕੀਤੇ, ਜਿਵੇਂ ਕਿ ਵੀ ਆਪਣੇ ਲੀਡਰ ਨੇ, ਐਮਐਲਏ ਨੇ, ਐਮਪੀ ਨੇ ਜਿਹੜੇ ਵੀ, ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਵਿਰੁੱਧ ਉੱਠੋ, ਵੀ ਸਾਡੇ ਹੱਕ ਦੇ ਬਰਾਬਰ ਲੜੋ। ਫਿਰ ਉਹ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਬਾਅਦ ਡੀਸੀਆਂ ਨੂੰ ਮੰਗ ਪੱਤਰ ਦਿੱਤੇ। ਉਹ ਤੋਂ ਬਾਅਦ ਜਿੰਨੇ ਵੀ ਬੀਜੇਪੀ ਦੇ ਪੰਜਾਬ 'ਚ ਹੈਗੇ ਨੇ ਐਮਐਲਏ ਐਮਪੀ, ਫਿਰ ਉਹਨਾਂ ਦਾ ਘਰਾਓ ਕੀਤਾ ਗਿਆ। ਇਸ ਤਰ੍ਹਾਂ ਹੌਲੀ ਹੌਲੀ ਉੱਠਦੀ ਆਵਾਜ਼ ਫਿਰ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਰੈਲੀਆਂ ਕੀਤੀਆਂ ਗਈਆਂ। ਕੀ ਆਪਾਂ ਮੰਨ ਲਈਏ ਕਿ ਉੱਥੇ ਕਾਂਗਰਸ ਦੀ ਸਰਕਾਰ ਸੀਗੀ, ਤਾਂ ਕਰਕੇ ਸਰਕਾਰ ਦਾ ਸਪੋਰਟ ਮਿਲ ਕੇ ਤਾਂ ਤੁਹਾਨੂੰ ਛੇਤੀ ਸਮਝ ਆ ਗਿਆ? ਨਹੀਂ ਜੀ, ਦੇਖੋ ਸਰਕਾਰ ਦੀ ਸਪੋਰਟ ਤੋਂ ਤਾਂ ਤੁਸੀਂ, ਜੇ ਸਾਡਾ ਸਿਰਫ ਜਥੇਬੰਦੀਆਂ, ਸਰਕਾਰ ਨੇ ਕੋਈ ਸਾਡੀ ਉਹ ਨਹੀਂ ਕੀਤੀ ਵੀ ਜੇ ਕਾਂਗਰਸ ਸੀ, ਕੋਈ ਜ਼ਿਮੀਂਦਾਰ ਦੇ ਇਹ ਹੱਕ 'ਚ ਨਹੀਂ ਕੋਈ ਵੀ। ਦੇਖੋ ਹੁਣ ਅਸੀਂ ਪਿੰਡਾਂ 'ਚੋਂ ਜਿੰਨੀਆਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਲੋਕ, ਜਥੇਬੰਦੀਆਂ ਨੇ, ਉਹਨਾਂ ਨਾਲ ही सारा संघर्ष चलिया है। नहीं, बिल्कुल सही कह रहे हैं, क्योंकि इन्होंने बिल्कुल ठीक कहा कि 70 सालों से कोई सरकार, चाहे वो कांग्रेस की रही हो या वामपंथी रही हो या फिर जो भी सरकारें रही हैं, किसान या कमेरा जो वर्ग है उनको कमा करके ही खाना पड़ा है, उनके लिए किसी तरीके की कोई रियायतें नहीं रही हैं। इसीलिए अभी भी ऐसा कुछ नहीं है। हम बाकी लोगों से भी जानने की कोशिश कर रहे हैं। जी, ਕੀ ਕਹਿਣਾ ਚਾਹਾਂਗੇ ਆਪਾਂ, ਨੌਜਵਾਨੀ ਕਿੰਨੀ ਇਨਵੋਲਵ ਹੈਗੀ ਹੈ? ਜਿਵੇਂ ਨੌਜਵਾਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਵੀ ਉਹ ਭਟਕੀ ਹੋਈ ਹੈਗੇ, ਨਸ਼ਿਆਂ ਦੇ ਵਿੱਚ ਡੁੱਬੀ ਹੋਈ ਹੈ, ਕੀ ਕਹਾਂਗੇ ਆਪਾਂ? ਪਹਿਲਾਂ ਨਾਂ ਦੱਸ ਦਿਓ। ਮੈਂ ਧਰਮਿੰਦਰ ਸਿੰਘ ਹੈ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਜਨਰਲ ਸੈਕਟਰੀ ਪੰਜਾਬ ਤੋਂ। ਜਿਹੜੀ ਤੁਸੀਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਭਟਕੀ ਨੌਜਵਾਨੀ ਜਿੱਦਾਂ ਦਾ ਇਹ ਅੰਦੋਲਨ ਇੱਥੇ ਖੜਾ ਹੋਇਆ ਹੈ, ਪਹਿਲਾਂ ਤੁਸੀਂ ਸਵਾਲ ਕੀਤਾ ਜਥੇਬੰਦਕ ਦਾ, ਦੋ ਗੱਲਾਂ ਕੀਤੀਆਂ। ਪੰਜਾਬ ਤੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਅੰਦੋਲਨ ਅੱਗੇ ਆਣਾ, ਉਹਦਾ ਵੱਡਾ ਕਾਰਨ ਹੈ ਜਥੇਬੰਦਕ ਤਾਣਾ ਬਣਾ। ਅਸੀਂ ਜਥੇਬੰਦੀਆਂ ਦੀ ਉਸਾਰੀ ਅੱਜ ਦੀ ਨਹੀਂ ਕੀਤੀ, ਸ਼ਾਇਦ ਅਸੀਂ ਜੰਮੇ ਬਣੀ ਹੈ, ਜਿੰਨੀ ਕੁ ਉਮਰ ਮੇਰੀ ਹੈ, 60-65 ਦੇ ਦਸ਼ਕ ਤੋਂ ਲਗਾਤਾਰ ਅਸੀਂ ਆਪਣੇ ਕਣਕ ਦੇ ਸਿਰਫ ਮਾਤਰ 1 ਰੁਪਈਆ ਰੇਟ ਵਧਾਉਣ ਦੇ ਲਈ ਲੜਨਾ ਸ਼ੁਰੂ ਕੀਤਾ ਸਾਡੇ ਬਜ਼ੁਰਗਾਂ ਨੇ। ਉਦੋਂ ਦਾ ਜਥੇਬੰਦਕ ਧਾਣਾ ਇਹ ਸ਼ੁਰੂ ਹੋਇਆ ਕਿਉਂਕਿ ਸਾਡੇ ਲਈ ਹਾਲਾਤ ਇਹ ਹੈ ਵੀ ਜੇ ਸਾਡਾ ਹਾਦਸੇ ਦੇ ਵਿੱਚ ਸਾਡੇ ਕਿਸੇ ਬਜ਼ੁਰਗ ਦੀ ਮੌਤ ਵੀ ਹੋ ਗਈ, ਕੁਝ ਵੀ ਹੋ ਗਿਆ, ਤਾਂ ਸਾਨੂੰ ਥਾਣੇ ਦੇ ਬਾਹਰ ਧਰਨਾ ਲਾ ਕੇ ਫਿਰ ਜਾ ਕੇ ਪਰਚਾ ਕਰਾਣੇ ਪੈਂਦਾ। ਇਹ ਸਾਡੀ ਹਾਲਤ ਹੈ। ਤੇ ਜੇ ਕਿਤੇ ਨਿਆਣੇ ਨੂੰ ਦਾਖਲ ਨਹੀਂ ਲੈਂਦੇ, ਤੁਹਾਨੂੰ ਸਕੂਲ ਘੇਰ ਕੇ ਉੱਥੇ ਧਰਨਾ ਲਾ ਕੇ ਫਿਰ ਜਾ ਕੇ ਦਾਖਲਾ ਕਰਾਣੇ ਪੈਂਦਾ। ਸਾਡੇ ਪੰਜਾਬ ਦੇ ਕਲਚਰ ਦੇ ਵਿੱਚ ਤਾਂ ਅਜਿਹਾ ਹੈ, ਬਾਗੀਪੁਣਾ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਇਹ ਲੋਕ ਲੜੇ ਹੈ ਤਾਂ ਇੱਥੇ ਤੱਕ ਆਏ ਹੈ।
ਤੇ ਹੁਣ ਵੀ ਆਪਣੀ ਜਿਹੜੀਆਂ ਛੋਟੀ ਛੋਟੀ ਸਮੱਸਿਆਵਾਂ ਦਾ ਲੈ ਕੇ ਇਹ ਪਿੰਡ ਪੱਧਰ ਤੇ ਇਕੱਠੇ ਲੈ ਕੇ ਜਥੇਬੰਦਕ ਢਾਂਚਾ ਬਣਾ ਕੇ ਲਗਾਤਾਰ ਆਪਣੀ ਆਵਾਜ਼ ਕਰਦੇ ਆ। ਤੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਆ, ਕਿसान मैं रोकता है, दसना चाहूंगा कि इन्होंने कहा कि क्यों वहाँ पे आंदोलन इतना मजबूत है। इन्होंने बताया कि अगर हमें कोई केस जो है FIR दर्ज करवानी है तो उसके लिए भी हमें वहाँ थाने के बाहर, चौकी के बाहर जा करके धरना प्रदर्शन करना पड़ता है, उसके बाद वो FIR जो है वो दर्ज होती है। इसी तरीके से अगर कुछ भी छोटी छोटी मांगे हैं हमारी, उसके लिए लगातार लड़ना पड़ता है। और जो कि कल्चर पहले से रहा है, चाहे वो गुरुओं के टाइम की बात हो, चाहे उसके बाद अलग अलग दौर रहे हैं, वो हमेशा से लड़ाका ही रहे हैं, लड़ते ही रहे हैं। तो इसलिए ये आंदोलन उतनी ही मजबूती से आगे बढ़ रहा है जी। ਉਤੋਂ ਅੱਗੇ ਜਿਹੜੀ ਤੁਸੀਂ ਨੌਜਵਾਨਾਂ ਦੀ ਗੱਲ ਕਰਦੇ ਹੋ, ਇਹ ਅੰਦੋਲਨ ਇਹ ਨਹੀਂ ਵੀ ਨੌਜਵਾਨ ਕਿਤੇ ਕੁਰਾਹੇ ਆ। ਅਸਲ ਦੇ ਵਿੱਚ ਜਿੱਡਾ ਵੱਡਾ ਅੰਦੋਲਨ ਹੁੰਦਾ ਉੱਡੀ ਵੱਡੀਆਂ ਸਾਜ਼ਿਸ਼ਾਂ ਵੀ ਹੁੰਦੀਆਂ। ਸਰਕਾਰ ਦੀ ਇੱਕ ਵੱਡੀ ਮਿਲੀਟੈਂਸੀ ਕੰਮ ਕਰਦੀ ਹੈ ਇਹਦੇ ਲਈ, ਉਹਦੀ ਏਜੰਸੀਆਂ ਹੈ, ਇੰਟੈਲੀਜੈਂਸੀ ਹੈ, ਉਹਦੇ ਕੋਲ ਇੱਕ ਵੱਡਾ ਪ੍ਰਬੰਧ ਹੈ। ਕਾਰਨ ਕਿਹਦੇ ਲਈ ਪ੍ਰਬੰਧ ਹੈ? ਕਿਉਂਕਿ ਸਰਕਾਰਾਂ ਬਣਦੀਆਂ ਕਿਹਦੇ ਲਈ ਹੈ? ਅੱਜ ਨਰਿੰਦਰ ਮੋਦੀ ਨਿਕਲ ਕੇ ਸਾਡੇ ਸਾਹਮਣੇ 5-7 ਸਾਲਾਂ ਦੇ ਵਿੱਚ ਆ ਗਿਆ, ਚਾਹ ਬਣਾਉਣ ਵਾਲਾ, ਹੋਰ ਕਈ ਬੱਲਾ। ਪਰ 7 ਸਾਲਾਂ ਦੇ ਵਿੱਚ ਇਹਨੇ ਕੀਤਾ ਕੀ? ਸਾਡੇ ਦਲਿਤ ਕੁੱਟੇ, ਸਾਡੀਆਂ ਔਰਤਾਂ ਦੇ ਉੱਪਰ ਹਮਲਾ ਹੋਇਆ, ਸਾਡੀ ਭੈਣਾਂ ਦਾ ਚਾਹੇ ਹਾਥਰਸ ਕੇਸ ਲਾ ਲਈਏ, ਚਾਹੇ ਜੰਮੂ ਦੇ ਵਿੱਚ ਲਾ ਲਈਏ, ਚਾਹੇ ਪੰਜਾਬ ਦੇ ਵਿੱਚ ਵੀ ਲਾ ਲਈਏ। ਉਸ ਤੋਂ ਬਾਅਦ ਸਾਡੇ ਮੁਸਲਮਾਨਾਂ ਦੇ ਉੱਪਰ ਹਮਲੇ ਕੀਤੇ, ਤਬਲੀਗੀ ਜਮਾਤ ਦੇ ਨਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਬਾਬੇ ਨਾਨਕ ਤੇ ਮਰਦਾਨੇ ਦੀ ਦੋਸਤੀ ਦੇ ਉੱਪਰ ਹਮਲਾ ਕੀਤਾ। ਤੇ ਇਸੇ ਹੀ ਦਿੱਲੀ ਦੇ ਭਜਨਪੁਰਾ ਦੇ ਉੱਪਰ 53 ਮੁਸਲਮਾਨ ਫਰਵਰੀ 2020 ਦੇ ਵਿੱਚ ਦੰਗੇ ਕਰਕੇ ਮਰਵਾਤੇ। ਇਹ ਬੀਜੇਪੀ ਨੇ ਕੀਤਾ। ਉਸ ਤੋਂ ਬਾਅਦ ਮਾਸ ਦੇ ਨਾਂ ਦੇ ਉੱਪਰ ਸਾਡੇ ਦਲਤਾਂ ਨੂੰ ਥਾਂ ਥਾਂ ਦੇ ਉੱਪਰ ਨੰਗੇ ਕਰਕੇ ਰੱਸੇ ਬੰਨ ਕੇ ਕੁੱਟਿਆ। ਇਹ ਕੀਤਾ ਬੀਜੇਪੀ ਨੇ। ਤੇ ਸਾਡਾ ਜਿੰਨੀ ਵੱਡੀ ਗਿਣਤੀ ਦੇ ਵਿੱਚ ਰੋਸ਼ ਜਿਹੜਾ ਲੋਕਾਂ ਦਾ ਸੀਗਾ ਵੱਧਦਾ ਜਾ ਰਿਹਾ। ਜੇ ਨੌਜਵਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਆਣਾ, ਉਹਦਾ ਕਾਰਨ ਸਭ ਤੋਂ ਪਹਿਲਾਂ ਬਣਿਆ, ਚਾਹੇ ਅਸੀਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਸਾਡਾ ਬੈਠਾ ਹੋਇਆ ਮੁੱਖ ਮੰਤਰੀ ਕਹਿੰਦਾ ਵੀ ਘਰ ਘਰ ਨੌਕਰੀ ਦੇਣੀ ਆ। ਹਾਲਾਤ ਇਹ ਹੋਣਗੇ ਵੀ ਪਿੰਡ ਦੇ ਕਿਸੇ ਘਰ ਦੇ ਵਿੱਚ ਨੌਕਰੀ ਨਹੀਂ ਰਹੀ। ਕਰੋਨਾ ਮਹਾਮਾਰੀ ਦੇ ਨਾਂ ਦੇ ਉੱਪਰ ਅਸੀਂ ਇਸੇ ਦਿੱਲੀ ਦੇ ਵਿੱਚੋਂ 500 ਕਿਲੋਮੀਟਰ ਪੈਦਲ ਚੱਲ ਕੇ ਗਏ ਹਾਂ। ਸਾਡੇ ਲਈ ਸੰਸਾਧਨ ਬੰਦ ਕਰ ਦਿੱਤੇ। ਉਹੀ ਹਾਲਾਤ ਤੁਸੀਂ ਕੁੰਡਲੀ ਚ ਆਇਓ, ਅੱਜ ਵੀ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਰੋਜ਼ ਲਗਭਗ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਬੈਠ ਕੇ ਘਰਾਂ ਨੂੰ ਜਾ ਰਹੇ ਆ। ਕਿਉਂਕਿ ਇੰਡਸਟਰੀ ਏਰੀਆ ਕਰੋਨਾ ਦੇ ਨਾਲ ਜੋ ਪਿਛਲੇ ਸਾਲ ਦੇਖਿਆ ਲੋਕ ਡਰੇ ਆ। ਤੇ ਜਿੱਥੇ ਨਰਿੰਦਰ ਮੋਦੀ ਜਿਹੜਾ ਸੱਤਾ 'ਚ ਬੈਠਿਆ 5 ਟ੍ਰਿਲੀਅਨ ਇਕਨੋਮੀ ਦੀ ਗੱਲ ਕਰਦਾ, ਉਹ ਕਹਿੰਦਾ ਸਾਲ ਦੇ ਵਿੱਚ 2 ਕਰੋੜ ਨੌਕਰੀਆਂ ਦੇਣੀਆਂ। ਤੇ ਕਰੋਨਾ ਦੇ ਵਿੱਚ ਕੀ ਮੋਦੀ ਨੇ ਕੀਤਾ? ਅੱਜ ਜਦੋਂ ਲਗਾਤਾਰ ਕਰੋਨਾ ਮਹਾਮਾਰੀ ਦੇ ਨਾਲ ਦੁਬਾਰਾ ਤੋਂ ਮਜ਼ਦੂਰ ਕੁੱਟਣ ਦੇ ਉੱਪਰ ਆ ਗਏ, ਨੌਜਵਾਨਾਂ ਦੇ ਲਈ ਦੁਬਾਰਾ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾਣਾ ਪੈ ਗਿਆ, ਟੈਕਸੀਆਂ ਦਾ ਕਾਰੋਬਾਰ ਪੂਰਨ ਤੌਰ ਤੇ ਬੰਦ ਹੋ ਗਿਆ, ਟਰਾਂਸਪੋਰਟ ਬਿਲਕੁਲ ਬੇੜਾ ਗਰਕ ਵਹਿ ਗਿਆ। ਟਰਾਂਸਪੋਰਟ ਤੋਂ ਇਲਾਵਾ ਜੇ ਕਰ ਲਈਏ ਛੋਟੀ ਇੰਡਸਟਰੀ ਵੀ ਮਾਰੀ ਗਈ। ਤੇ ਸਾਡੇ ਇੱਥੋਂ ਦੇ ਮੰਤਰੀ ਅੱਜ ਵੀ ਭਾਸ਼ਣਾਂ ਦੇ ਉੱਪਰ ਤੇ ਪਿਛਲੇ ਦਿਨਾਂ ਦੇ ਵਿੱਚ ਮਗਰਮੱਛ ਦੇ ਅੰਜੂ ਰੋ ਕੇ ਇਹ ਦੱਸਦਾ ਨੌਜਵਾਨਾਂ ਦੇ ਅੰਦਰੂਨੀ ਜਿਹੜੇ ਜਜ਼ਬਾਤ ਹੈ ਉਹ ਲਗਾਤਾਰ ਬਲੂੰਦਰੇ ਜਾ ਰਹੇ ਇਹਨਾਂ ਸਿਆਸੀ ਧਿਰਾਂ ਵੱਲੋਂ। ਤੇ ਮਗਰ ਖੜੀ ਕਾਰਪੋਰੇਟ ਕੰਪਨੀਆਂ ਦੇ ਹੱਕ ਦੇ ਵਿੱਚ ਲਗਾਤਾਰ ਕਰ ਰਹੇ ਆ। ਨੌਜਵਾਨ ਖੜੇ ਆ, ਉਹ ਜਾਣਦੇ ਆ ਵੀ ਇਹ ਸਰਕਾਰਾਂ ਸਾਡੇ ਲਈ ਨਹੀਂ ਬਣੀਆਂ। ਉਹਨਾਂ ਨੂੰ ਇੰਨੀ ਗੱਲ ਦੀ ਵੀ ਸਮਝ ਆ ਗਈ, ਇਲਮ ਹੈ ਵੀ ਇਹ ਜਥੇਬੰਦੀਆਂ ਨੂੰ ਪਤਾ ਕਿੱਦਾਂ ਕਾਰਪੋਰੇਟ ਘਰਾਣਿਆਂ ਨੂੰ ਢਾਣਾ ਹੈ। ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਹਨਾਂ ਦਾ ਚਿਹਰਾ ਨੰਗਾ ਕੀਤਾ। ਚਾਰੇ ਖੇਤੀ ਦੇ, ਤਿੰਨੇ ਖੇਤੀ ਦੇ ਕਾਨੂੰਨ, ਚੌਥਾ ਬਿਜਲੀ ਸੋਧ ਬਿੱਲ ਤੇ ਪੰਜਵਾਂ ਪਰਾਲੀਆਂ ਨੂੰ ਲੈ ਕੇ ਨਵਾਂ ਆਰਡੀਨੈਂਸ ਲਿਆਂਦਾ। ਉਹ ਸਾਰੀ ਚੀਜ਼ਾਂ ਜਥੇਬੰਦੀਆਂ ਨੇ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤੀਆਂ। ਸਾਨੂੰ ਨੌਜਵਾਨਾਂ ਨੂੰ ਪਤਾ ਲੱਗਾ। ਕਹਿ ਰਹੇ ਹੋ ਕਿਉਂਕਿ ਜਥੇਬੰਦੀਆਂ ਉਹਨਾਂ ਦਾ ਜਿਹੜਾ ਟੀਚਾ ਸੀਗਾ, ਉਹਨਾਂ ਦਾ ਜਿਹੜਾ ਮਕਸਦ ਸੀਗਾ ਉਹ ਬਿਲਕੁਲ ਕਲੀਅਰ ਸੀਗਾ, ਤਾਂ ਕਰਕੇ ਫਿਰ ਉਹ ਸਹੀ ਤਰੀਕੇ ਨਾਲ ਉਹ ਚੀਜ਼ਾਂ ਕਰਦੇ ਰਹੇ। ਨੌਜਵਾਨਾਂ ਨੂੰ ਤੁਸੀਂ ਸੁਣਿਆ। ਆਪਾਂ ਇੱਕ ਹੋਰ ਸ਼ਖਸ ਨੇ ਉਹਨਾਂ ਤੋਂ ਗੱਲ ਲੈ ਲੈਂਦੇ ਆ। 350 ਤੋਂ ਜ਼ਿਆਦਾ ਸ਼ਹਾਦਤਾਂ ਹੋ ਗਈਆਂ ਨੇ, 500 ਹੋ ਗਈਆਂ ਨੇ। ਕੀ ਡਰ ਲੱਗਦਾ ਹੈ ਕਿ ਆ ਮੋਦੀ ਜਿਹੜਾ ਤਾਨਾਸ਼ਾਹੀ ਤੇ ਆ ਗਿਆ ਹੈ ਉਹ ਮੰਨ ਨਹੀਂ ਰਿਹਾ, ਹੋਰ ਵੀ ਸ਼ਹਾਦਤਾਂ ਹੋਣਗੀਆਂ, ਉਸ ਤੋਂ ਪਹਿਲਾਂ ਆਪਾਂ ਅੰਦੋਲਨ ਬੰਦ ਕਰ ਦਈਏ? ਨਹੀਂ, ਅੰਦੋਲਨ ਬਿਲਕੁਲ ਬੰਦ ਨਹੀਂ ਹੋਊਗਾ ਜੀ। ਸ਼ਹਾਦਤਾਂ ਤਾਂ ਹੋਈਆਂ ਨੇ, ਪਰ ਮੋਦੀ ਸਰਕਾਰ ਤੇ ਮਤਲਬ ਕੰਨ ਤੇ ਜੂੰ ਨਹੀਂ ਸਰਕੀ ਉਹਨਾਂ ਸ਼ਹਾਦਤਾਂ ਦੀ। ਕਦੇ ਕੋਈ ਰੋਸ਼ ਨਹੀਂ ਹੋਇਆ। 400 ਤੋਂ ਵੱਧ, ਅੱਜ 500 ਦੇ ਕਰੀਬ ਸਾਡੇ ਜਿਹੜੇ ਪੰਜਾਬ ਦੇ ਮਤਲਬ ਨੌਜਵਾਨ ਵਿੱਚ ਹੀ ਬਜ਼ੁਰਗ ਜਿਨ੍ਹਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਨੇ। ਪਰ ਲੋਕੀ ਆ ਜਿਹੜੇ ਉਹ ਡਰਨ ਵਾਲੇ ਨਹੀਂ। ਜੇ ਮੋਦੀ ਸਰਕਾਰ ਇਹ ਸੋਚਦੀ ਹੈ ਵੀ ਸ਼ਾਇਦ ਇਹ ਡਰ ਕੇ ਭੱਜ ਜਾਣਗੇ। 6 ਮਹੀਨੇ ਹੋ ਗਏ, ਪੂਰੀ ਠੰਡ ਵੀ ਹੰਢਾਈ ਹੈ, ਗਰਮੀ ਵੀ ਹੰਢਾਵਾਂਗੇ, ਬਾਰਿਸ਼ਾਂ ਵੀ ਝੱਲਾਂਗੇ, ਕੋਈ ਕਿਸੇ ਤਰ੍ਹਾਂ ਦੀ ਮਤਲਬ ਕੋਈ ਕਮੀ ਨਹੀਂ, ਜੋਸ਼ ਪੂਰਾ। ਤੇ ਨੌਜਵਾਨ ਵੀ, ਬਜ਼ੁਰਗ ਵੀ, ਬੀਬੀਆਂ ਵੀ ਸਾਡੇ ਸਾਰੇ ਹੀ ਸ਼ਹਾਦਤਾਂ ਦੇਣ ਨੂੰ ਤਿਆਰ ਨੇ। ਭਾਵੇਂ ਅੱਜ ਵੀ ਮੋਦੀ ਸਰਕਾਰ ਮੱਥਾ ਲਾਣਾ ਚਾਹੁੰਦੀ ਹੈ, ਲਾ ਵੀ ਰਹੀ ਹੈ, ਅਸੀਂ ਵੀ ਲਾ ਰਹੇ ਹਾਂ, ਤਾਂ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਬਿਲਕੁਲ ਇਦਾਂ ਹੀ ਕਰਦੇ ਰਹਾਂਗੇ। ਭਾਵੇਂ ਸਾਲ ਲੱਗ ਜੇ, 2 ਸਾਲ ਲੱਗ ਜੇ, ਸਾਨੂੰ ਕੋਈ ਪਰਵਾਹ ਨਹੀਂ। ਪਿੱਛੇ ਕੰਮ ਦਾ ਸਾਡਾ ਚੱਲੀ ਜਾਂਦਾ।
ਅਸੀਂ ਬਦਲ ਕੇ ਸਾਡੇ ਹੋਰ ਭੈਣ ਭਾਈ ਜੋ ਵੀ ਨੇ ਉਹ ਪਿੱਛੇ ਕੰਮ ਬਿਲਕੁਲ ਵਧੀਆ ਚਲਾ ਰਹੇ ਨੇ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ, ਨਾ ਕੋਈ ਡਰ ਹੈ। ਮੋਦੀ ਸਰਕਾਰ ਨੇ ਕਰੋਨਾ ਦਿਖਾ ਕੇ ਡਰਾ ਕੇ ਭਜਾਉਣ ਦੀ ਸਾਨੂੰ ਬੜੀ ਸਾਜ਼ਿਸ਼ਾਂ ਰਚੀਆਂ, ਰਚੇ ਰਹੀ ਹੈ ਸਰਕਾਰ ਬੜੀ ਨੂੰ। ਗੱਲ ਹੋਈ ਹੈ ਕੋਰੋਨਾ ਤੇ, ਗੱਲ ਚਲਦੀਆਂ ਹੀ ਰਹਿਣਗੀਆਂ ਕਿਉਂਕਿ ਸਰਕਾਰਾਂ ਦਾ ਮਕਸਦ ਹੀ ਹੁੰਦਾ ਕਿ ਅੰਦੋਲਨ ਜਿਹੜਾ ਨਾ ਤੋੜਿਆ ਜਾਵੇ, ਪਰ ਉਹ आंदोलन इस गल पे डटा होता है, इस बात पे अगर वो डटा होता है कि मकसद क्या है, और मकसद जिसका हम पहले दिन से जिक्र करते आ रहे हैं, ये किसान भी कहते नजर आए हैं कि ये ज़मीन और ज़मीर दोनों को बचाने की लड़ाई है। इसलिए हम झुकेंगे नहीं, टूटेंगे नहीं, क्योंकि आपको पीछे लिखा भी दिखाई दे रहा होगा, जुड़ेंगे, लड़ांगे, जितांगे, किसान मजदूर एकता। आ ਜਿਹੜਾ ਲਾਈਨਾਂ ਨੇ ਨਾ ਆਪਣੇ ਆਪ ਦੇ ਵਿੱਚ ਬੜਾ ਕੁਝ ਬਿਆਨ ਕਰ ਦਿੰਦੀਆਂ। ਆਪਾਂ ਅਗਲੀ 2 ਮਿੰਟਾਂ ਦੇ ਵਿੱਚ 1-1 ਸੈਕਿੰਡ ਦੇ ਅਨੁਭਵ ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਤੋਂ ਵੀ ਲੈ ਲੈਣੇ ਆ ਕਿ ਉਹ ਕੀ ਸਮਝ ਰਹੇ ਨੇ, ਕੀ ਜਾਣ ਰਹੇ ਨੇ। ਜੀ ਤੁਸੀਂ ਜੀ ਕੀ ਕਹਿਣਾ ਚਾਹਾਂਗੇ, ਦੱਸੋ। ਇਹ ਦੇਖੋ, ਮੈਂ ਨਿਰਮਲ ਸਿੰਘ ਗਾਦੀ 2 ਮਿੰਟਾਂ ਦੇ ਵਿੱਚ ਦਿਹਾਤੀ ਮਜ਼ਦੂਰ ਸਾਹਿਬ ਦਾ ਸਬਾਈ ਆਗੂ ਆ। ਇਹ ਇਕੱਲਾ ਮਜ਼ਦੂਰ ਕਿਸਾਨਾਂ ਦਾ ਨਹੀਂਗਾ ਤਬਾਹੀ ਹੋਣੀ, ਮਜ਼ਦੂਰਾਂ ਦੀ ਬੜੀ ਨਾਲ ਤਬਾਹੀ ਹੋਣੀ ਆ। ਅਜੇ ਕਿਸਾਨਾਂ ਚ ਕਰ ਜਾਣਾ, ਪਰ ਜਿਹੜੀ ਮਜ਼ਦੂਰ ਜਮਾਤ ਆ ਇਹਦੀ ਬਿਲਕੁਲ ਤਬਾਹੀ ਹੋ ਜਾਣੀ ਆ, ਕਿਉਂਕਿ ਜਿਹੜਾ ਲੜ ਕੇ ਮਜ਼ਦੂਰ ਜਥੇਬੰਦੀਆਂ ਨੇ ਕੁਝ ਮੰਗਾਂ ਬਣਵਾਈਆਂ ਮੋਦੀ ਸਰਕਾਰ ਤੋਂ ਤੇ ਕੈਪਟਨ ਸਾਹਿਬ ਕੋਲੋਂ, ਜਿੱਦਾਂ 2 ਰੁਪਏ ਕਿਲੋ ਕਣਕ ਫ੍ਰੀ ਮਿਲਦੀ ਆ, ਇਹ ਬੰਦ ਹੋ ਜਾਣੀ ਆ। ਜਿਹੜਾ ਬਿਜਲੀ ਸੋਧ ਪ੍ਰੋਜੈਕਟ ਜਿਹੜਾ ਲੈ ਕੇ ਆ ਰਿਹਾ ਬਿੱਲ ਆ, ਇਹ 200 ਜੂਨ ਅਸੀਂ ਜਿਹੜੀ ਮਜ਼ਦੂਰ ਜਥੇਬੰਦੀਆਂ ਨੇ ਲੜ ਕੇ ਮਾਫ ਕਰਾਈ ਸੀ, ਉਹ ਵੀ ਜਿਹੜੀ ਚਾਲੂ ਹੋ ਜਾਣੀਆਂ। ਜਿਹੜੀਆਂ ਹੋਰ ਸਹੂਲਤਾਂ ਜਿਹੜੀਆਂ ਪੀਏਡੀ ਆ, ਉਹ ਜਿਹੜੀ ਖਤਮ ਕਰ ਦੇਣੀਆਂ। ਜਿਹੜੀਆਂ ਮਤਲਬ ਰਾਸ਼ਨ ਦੀਆਂ ਜਿਹੜੀ 13 ਚੀਜ਼ਾਂ ਮਿਲਦੀਆਂ ਸੀਆਂ ਰਾਸ਼ਨ ਡਿਪੂਆਂ 'ਚ, ਉਹ ਤਾਂ ਪਹਿਲਾਂ ਖਤਮ ਹੋ ਚੁੱਕੀਆਂ ਵਾ। ਇੱਥੇ ਭੁੱਖਮਰੀ ਇੰਨੀ ਬਣ ਜਾਣੀ ਆ ਕਿ ਦੁਨੀਆ ਨੂੰ ਰੋਟੀ, ਜਿਹੜੇ ਗਰੀਬ ਲੋਕਾਂ ਨੂੰ ਰੋਟੀ ਮਿਲਣੀ ਬੜੀ ਮੁਸ਼ਕਲ ਹੋ ਜਾਣੀ ਆ। ਇਹ ਜਿਹੜਾ ਮਤਲਬ ਜਿਹੜਾ ਕਾਸ਼ਤਕਾਰ ਆ ਉਹਨੂੰ ਤਾਂ ਲੁੱਟਣਾ, ਜਿਹੜਾ ਖਪਤਕਾਰ ਹੈ ਦੁਆਰਾ ਉਹਦੀ ਲੁੱਟ ਥੋੜੀ ਦੁੱਗਣੀ होनी है। बिल्कुल ये दुरुस्त फरमा रहे हैं। जो एक चीज का एक जो रंग इसमें डालने की इन्होंने कोशिश की है कि अभी तक हम किसान की बात कर रहे थे, परंतु इन्होंने जब बताया कि मजदूर जो तबका है वो भी इस आंदोलन के साथ और उसी संगठन से ये संबंध रखते हैं। और इन्होंने कहा कि जो 2 रुपए किलो अनाज की बात है या फिर जो राशन डिपो प्रणाली है उसको दुरुस्त करने की बात है, वो तमाम लोग भी इसके साथ जुड़े हुए हैं, क्योंकि वो तभी होगा जब वो किसान जो है बचेगा। तो इन्हीं तमाम चीज़ों के ऊपर बात करते हुए अभी हम यहाँ से विदा लेंगे, क्योंकि पंजाब की वो धरती 5 आब यानी कि दरियाओं की वो धरती, गुरुओं पीरों फकीरों की धरती, जिनको लड़ने की एक आदत है, संघर्ष के अंदर रहने की एक आदत है, उन लोगों ने इस तीनों कानूनों को पहचाना, जाना और समझा, और उसके बाद अन्य को समझाते हुए वो आगे बढ़ते चले गए। और आज दिल्ली के बॉर्डरों के ऊपर लंबे समय से बैठे हुए हैं, परंतु चेहरों पे किसी के भी सिकन नहीं है, किसी तरीके का कोई डर नहीं है, कोई भय नहीं है। परंतु जैसा कि गुरुओं ने कहा कि हम चढ़ती कला दे विच रहांगे, उससे चढ़ती कला दे विच रहते हुए ये अपने आंदोलन को आगे ले जा रहे हैं। हम उम्मीद करते हैं, दुआ करते हैं कि ये आंदोलन जल्दी ही अपने मुकाम तक पहुंचे, जो इनकी मांगे हैं वो पूरी हों, और सरकार जो जनता है, क्योंकि जनता ने चुनी है, जनता के लिए ही बनी है, संविधान भी जो है हम तमाम के लिए है, तो वो तमाम चीज़ें होते हुए इनकी आवाज़ सुनते हुए अभी जो है मैं यहाँ से विदा ले रहा हूँ। उम्मीद करूँगा आप तमाम लोगों को पसंद आएगी वीडियो। लाइक कीजिएगा, शेयर कीजिएगा और अपने सवाल और सुझाव कमेंट बॉक्स में देना ना भूलिएगा, क्योंकि उसी से हमें आप लोगों के समझ आते हैं कि हमें क्या करना चाहिए, किस तरीके से आगे बढ़ना चाहिए। थैंक यू, धन्यवाद।